ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਬ ਲੋ ਆਏ ਹਰ ਗੋਬਿੰਦ। ਜੁਗੋ ਜੁਗ ਅਟਲ ਗਿਆਨ ਸਮੁੰਦਰ ਬਾਣੀ ਦੇ ਬੋਹਿਟ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਚਰਨ ਕਮਲਾਂ ਨਾਲ ਜੁੜੇ ਹੋਏ ਗੁਰੂ ਰੂਪ ਗੁਰੂ ਖਾਲਸਾ ਪਿਆਰੀ ਸਾਧ ਸੰਗਤ ਜੀ, ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਸ਼ਾਮ ਦੇ ਦੀਵਾਨ ਦਾ ਆਨੰਦ ਮਾਣ ਰਹੇ ਹੋ। ਕੀਰਤਨ ਸਰਵਣ ਕੀਤਾ, ਰਹਿਰਾਸ ਸਾਹਿਬ ਜੀ ਦੇ ਜਾਪ ਸੁਣੇ। ਆਓ ਹੁਣ ਕੁਝ ਸਮਾਂ ਗੁਰੂ ਇਤਿਹਾਸ ਦਾ ਲਾਹਾ ਲਈਏ। ਕੱਲ੍ਹ ਸਰਵਣ ਕੀਤਾ ਸੀ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ਾਂ ਦੇ ਮਾਲਕ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਵਿਆਹ ਦੀਆਂ ਤਿਆਰੀਆਂ ਕਰ ਰਹੇ ਨੇ। ਵੱਡੇ ਭਰਾ ਬਾਬਾ ਮਹਾਦੇਵ ਜੀਆਂ ਨਾਲ ਮਿਲ ਕੇ ਪ੍ਰਿਥੀ ਚੰਦ ਨੂੰ ਵੀ ਚਿੱਠੀ ਲਿਖੀ, ਪਰ ਉਹਨੇ ਜਵਾਬ ਦੇ ਦਿੱਤਾ। ਆਉਣ ਤੋਂ ਪਹਿਲਾਂ ਹੀ ਈਰਖਾ ਕਰਦਾ ਸੀ। ਫਿਰ ਪੱਤਰਕਾਵਾਂ ਲਿਖ ਕੇ ਸ੍ਰੀ ਗੋਇੰਦਵਾਲ ਸਾਹਿਬ, ਖੰਡੂਰ ਸਾਹਿਬ, ਮੌ ਨਗਰ ਮਹਾਰਾਜ ਦੇ ਸਹੁਰੇ ਸਤਿਕਾਰਯੋਗ ਮਾਤਾ ਗੰਗਾ ਜੀਆਂ ਦੇ ਪੇਕੇ ਘਰ ਭੇਜਿਆ ਸੁਨੇਹਾ। ਹੋਰ ਵੀ ਪਿਆਰ ਵਾਲੀਆਂ ਸੰਗਤਾਂ ਨੂੰ ਸੱਦੇ ਦਿੱਤੇ। ਸਮੇਂ ਅਨੁਸਾਰ ਸਾਰੀਆਂ ਤਿਆਰੀਆਂ ਹੋਈਆਂ, ਮਠਿਆਈਆਂ ਬਣਨ ਲੱਗੀਆਂ। ਛਾਇਆਮਾਨ ਤੰਬੂ ਸਮਿਆਨੇ ਲਾਏ ਗਏ। ਸੇਵਾਦਾਰਾਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਨੇ। ਨੌਬਤਾਂ ਵੱਜਦੀਆਂ ਨੇ, ਨਗਾਰੇ ਵੱਜ ਰਹੇ ਨੇ। ਇੱਧਰੋਂ ਗੋਇੰਦਵਾਲ ਸਾਹਿਬ ਤੋਂ ਦਾਤੂ ਜੀ, ਉਹਨਾਂ ਦੇ ਮਹਿਲ ਬਾਬਾ ਸੁੰਦਰ ਆਨੰਦ ਪੁੱਤਰ ਪੋਤਰਿਆਂ ਸਮੇਤ ਸਾਰਾ ਪਰਿਵਾਰ ਆਇਆ। ਖੰਡੂਰ ਸਾਹਿਬ ਤੋਂ ਵਾਹਿਗੁਰੂ ਖੰਡੂਰ ਸਾਹਿਬ ਤੋਂ ਦਾਤੂ ਜੀ ਆਏ ਅਤੇ ਗੋਇੰਦਵਾਲ ਸਾਹਿਬ ਤੋਂ ਮੋਹਰੀ ਜੀ ਆਏ। ਜਦੋਂ ਗੋਇੰਦਵਾਲ ਸਾਹਿਬ ਤੋਂ ਬਾਬਾ ਮੋਹਰੀ ਜੀ ਚੱਲੇ, ਆਉਂਦੇ ਹੋਏ ਖੰਡੂਰ ਸਾਹਿਬ ਦੀ ਹੋ ਕੇ ਸਾਰੇ ਇਕੱਤਰ ਹੋ ਕੇ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚ ਜਾਂਦੇ ਨੇ। ਸੋ ਇਸ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੂੰ ਮਿਲੇ ਬਾਬਾ ਦਾਤੂ ਜੀ ਅਤੇ ਬਾਬਾ ਮੋਹਰੀ ਜੀ। ਕਿਵੇਂ ਮਿਲਦੇ ਨੇ, ਕਿੰਨਾ ਚਾਅ ਪਿਆਰ ਹੈ, ਸਾਰੀ ਖਬਰਾਂ ਹੋ ਗਈਆਂ ਕਿ ਗੁਰੂ ਦੀਆਂ ਵੰਸਜ ਗੋਇੰਦਵਾਲ ਸਾਹਿਬ ਤੋਂ ਅਤੇ ਖੰਡੂਰ ਸਾਹਿਬ ਤੋਂ ਪਹੁੰਚ ਚੁੱਕੇ ਹਨ। ਗੁਰੂ ਅਮਰਦਾਸ ਮਹਾਰਾਜ ਜੀ ਦੇ ਸਾਹਿਬਜ਼ਾਦੇ, ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਸਾਹਿਬਜ਼ਾਦੇ ਆਏ ਨੇ। ਸਤਿਗੁਰੂ ਮਹਾਰਾਜ ਜੀ ਵੀ ਅੱਗੇ ਹੋ ਕੇ ਸਤਿਕਾਰ ਕਰਦੇ ਨੇ। ਸੋ ਜਦੋਂ ਆਪਸ ਪਰਾਪਸ ਵਿੱਚ ਹੀ ਮਿਲੇ, ਬੜੀਆਂ ਖੁਸ਼ੀਆਂ, ਬੜੀਆਂ ਰੌਣਕਾਂ ਵਧੀਆਂ ਨੇ। ਇੱਥੇ ਤੱਕ ਆਪ ਨੇ ਕੱਲ੍ਹ ਸੁਣਿਆ ਹੈ। ਆਓ ਪਿਆਰ ਨਾਲ ਅਗਲਾ ਇਤਿਹਾਸ ਸਰਵਣ ਕਰਨ ਲਈ ਮਨ ਜੋੜੀਏ, ਰਸਨਾ ਪਵਿੱਤਰ ਕਰੀਏ, ਉਚਾਰਨ ਕਰੀਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਬ ਲੋ ਆਏ ਹਰ ਗੋਬਿੰਦ। ਜਦੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੂੰ ਮਿਲ ਕਰਕੇ ਬਾਬਾ ਦਾਤੂ ਜੀ, ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੇ ਸਾਹਿਬਜ਼ਾਦੇ, ਬਾਬਾ ਮੋਹਰੀ ਜੀ, ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਸਾਹਿਬਜ਼ਾਦੇ ਮਿਲ ਕੇ ਬੈਠੇ ਹਨ।
ਇੰਨੇ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਵੀ ਆ ਪਹੁੰਚਦੇ ਹਨ। ਸੁੰਦਰ ਮੁਖ ਜਿਮ ਪੂਰਨ ਚੰਦ, ਜਿਵੇਂ ਪੂਰਨਮਾਸੀ ਦਾ ਚੰਦਰਮਾ ਹੁੰਦਾ ਹੈ, ਇਸ ਤਰ੍ਹਾਂ ਖਿੜਿਆ ਹੋਇਆ ਸਤਿਗੁਰਾਂ ਦਾ ਬਹੁਤ ਸੁੰਦਰ ਮੁਖੜਾ ਹੈ। ਤਬੈ ਪ੍ਰਣਾਮ ਸਭਨ ਕੋ ਕਰਿਓ। ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਨੇ ਆ ਕੇ ਵੱਡੇ ਜਾਣ ਕੇ, ਗੁਰੂ ਵੰਸ਼ ਜਾਣ ਕੇ ਸਾਰਿਆਂ ਨੂੰ ਨਮਸਕਾਰ ਕੀਤਾ ਵਾਰੀ ਵਾਰੀ। ਪ੍ਰਿਥਕ ਪ੍ਰਿਥਕ ਚਰਨਨ ਸਿਰ ਧਰਿਓ। ਜਿਸ ਤਰ੍ਹਾਂ ਸਾਰਿਆਂ ਨੂੰ ਉਸ ਸਮੇਂ ਵੱਡੇ ਬਾਬਾ ਦਾਤੂ ਜੀ ਸਨ, ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਸੁਪੁੱਤਰ, ਉਹਨਾਂ ਨੂੰ ਨਮਸਕਾਰ ਕਰੀ। ਫਿਰ ਬਾਬਾ ਮੋਹਰੀ ਜੀ, ਗੁਰੂ ਅਮਰਦਾਸ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ ਸੀ ਸੁਪੁੱਤਰ, ਉਹਨਾਂ ਨੂੰ ਨਮਸਕਾਰ ਕਰੀ। ਫਿਰ ਬਾਬਾ ਸੁੰਦਰ ਜੀ, ਬਾਬਾ ਆਨੰਦ ਜੀ, ਸੰਤ ਰਾਮ, ਅੱਗੇ ਪੋਤਰੇ, ਉਹਨਾਂ ਨੂੰ ਵੀ ਸਾਰਿਆਂ ਨੂੰ ਮਿਲੇ। ਮੋਹਰੀ ਨਿਜ ਉਰ ਲੀਨੇ ਲਾਈ। ਜਦੋਂ ਫਿਰ ਮੋਹਰੀ ਜੀਆਂ ਨੂੰ ਮਿਲੇ ਤਾਂ ਬਾਬਾ ਮੋਹਰੀ ਜੀਆਂ ਨੇ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਨੂੰ ਆਪਣੀ ਬੁੱਕਲ 'ਚ ਲੈ ਲਿਆ, ਸੀਨੇ ਨਾਲ ਲਾ ਲਿਆ, ਕਿਉਂਕਿ ਮੋਹਰੀ ਜੀ ਦੇ ਨਾਲ ਸਮਾਜਿਕ ਰਿਸ਼ਤਾ ਵੀ ਸੀ। ਬਾਬਾ ਮੋਹਰੀ ਜੀ ਸਤਿਕਾਰਯੋਗ ਮਾਤਾ ਭਾਨੀ ਜੀਆਂ ਦੇ ਭਰਾ ਸਨ। ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਮਾਮੇ ਲੱਗਦੇ ਸੀ ਅਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਦੇ ਹੋਰ ਉੱਚੇ ਥੰਮਿਓ ਮੰਨ ਲਓ ਵੀ ਮਹਾਰਾਜ ਪੜਦੋਤੇ ਸਨ। ਇਉਂ ਬਹੁਤ ਜ਼ਿਆਦਾ ਬੁੱਕਲ 'ਚ ਲੈ ਕੇ ਬੜੇ ਖੁਸ਼ ਹੋਏ। ਬਾਸਕ ਨਿਜ ਮਨ ਮਾਨੋ ਪਾਈ। ਇਉਂ ਮਾਨੋ ਜਿਵੇਂ ਕਿਸੇ ਸ਼ੇਸ਼ ਨਾਗ ਨੇ, ਬਾਸਕ ਨਾਗ ਨੇ ਮਣੀ ਪ੍ਰਾਪਤ ਹੋ ਗਈ ਹੋਵੇ। ਇਉਂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਨੂੰ ਮਿਲ ਕੇ ਪ੍ਰਸੰਨ ਚਿੱਤ ਹੋਏ ਬਾਬਾ ਮੋਹਰੀ ਜੀ। ਦੋਹਰਾ ਅਤ ਆਨੰਦ ਸਭਨ ਕੀਓ, ਕੋ ਕਰ ਸਕੇ ਉਚਾਰ। ਸਾਰਿਆਂ ਨੇ ਅਤੀ ਹੀ ਆਨੰਦ ਮਾਣਿਆ, ਖੁਸ਼ੀਆਂ ਮਾਣੀਆਂ, ਕੋਈ ਬਿਆਨ ਨਹੀਂ ਕਰ ਸਕਦਾ। ਦਾਤੂ ਮੋਹਰੀ ਕੀ ਤਿਰਿਆ, ਗਈ ਗੰਗ ਨਿਕਟਾਰ। ਬਾਬਾ ਦਾਤੂ ਜੀ ਤੇ ਬਾਬਾ ਮੋਹਰੀ ਜੀਆਂ ਦੇ ਮਹਿਲ, ਫਿਰ ਅੰਦਰ ਮਹਿਲਾਂ 'ਚ ਚਲੇ ਜਾਂਦੇ ਨੇ ਸਤਿਕਾਰਯੋਗ ਮਾਤਾ ਗੰਗਾ ਜੀਆਂ ਕੋਲ। ਪਰਸਪਰ ਅਤ ਹੀ ਪ੍ਰੇਮ ਸੋ, ਮਿਲੀ ਸੋ ਪੂਜਾ ਪਸਾਰ। ਪੂਜਾ ਪਸਾਰ ਕੇ ਜਿਵੇਂ ਮਾਵਾਂ ਮਾਈਆਂ ਮਿਲਦੀਆਂ ਹੁੰਦੀਆਂ ਨੇ, ਗਲ ਲਾ ਕੇ ਮਿਲੇ। ਹਰਗੋਬਿੰਦ ਜੀ ਕਹਿ ਗਏ, ਪੁੱਛਿਓ ਮੋਹਰੀ ਨਾਰ। ਬਾਬਾ ਮੋਹਰੀ ਜੀਆਂ ਦੀ ਧਰਮ ਪਤਨੀ ਮਾਤਾ ਜੀਆਂ ਨੇ ਪੁੱਛਿਆ ਮਾਤਾ ਗੰਗਾ ਜੀਆਂ ਨੂੰ ਕਿ ਸਾਹਿਬਜ਼ਾਦਾ ਕਿੱਥੇ ਹੈ, ਹਰਗੋਬਿੰਦ ਜੀ ਕਿੱਥੇ ਹਨ। ਚੌਪਈ ਮਾਤ ਗੰਗ ਕਹਿ ਪਿਤ ਨਿਕਟਾਰੈ। ਮਾਤਾ ਗੰਗਾ ਜੀ ਕਹਿਣ ਲੱਗੇ ਆਪਣੇ ਪਿਤਾ ਜੀਆਂ ਕੋਲ ਗਏ ਹੋਏ ਨੇ। ਅਬੈ ਗਏ ਹੈ ਕਰਨ ਜੋਹਾਰੇ। ਹੁਣੇ ਹੀ ਗਏ ਹਨ ਨਮਸਕਾਰਾਂ ਕਰਨ ਵਾਸਤੇ, ਕਿਉਂਕਿ ਸਾਰੇ ਵੱਡੇ ਆਏ ਨੇ। ਮਾਤਾ ਕੇ ਮਨ ਕੀ ਤਬ ਜਾਨੀ। ਤੇ ਇੱਧਰ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸਾਰਿਆਂ ਨੂੰ ਮਿਲ ਕੇ ਜਾਣ ਕੇ ਕਿ ਸਾਡੀ ਹੁਣ ਮਹਿਲਾਂ 'ਚ ਵੀ ਉਡੀਕ ਹੋ ਰਹੀ ਹੈ, ਉੱਧਰ ਨੂੰ ਮੁੜੇ। ਹਰਗੋਬਿੰਦ ਆਏ ਸੁਖ ਖਾਨੀ। ਸੁੱਖਾਂ ਦੀ ਖਾਨ ਸਤਿਗੁਰੂ ਮਹਾਰਾਜ ਵਾਪਸ ਆ ਗਏ ਮੁੜ ਕੇ। ਮੋਹਰੀ ਨਾਰ ਹਰਖ ਦਿਖ ਪਾਏ। ਬਾਬਾ ਮੋਹਰੀ ਜੀਆਂ ਦੇ ਘਰੋਂ ਜੋ ਮਹਿਲ ਸੀ, ਜਦੋਂ ਤੱਕਿਆ ਹਰਗੋਬਿੰਦ ਜੀਆਂ ਨੂੰ ਆਉਂਦਿਆਂ ਬਾਹਲੇ ਜ਼ਿਆਦਾ ਖੁਸ਼ ਹੋ ਗਏ। ਮਸਤਕ ਚੂਮ ਗੋਦੀ ਬੈਠਾਏ। ਖੁਸ਼ੀਆਂ ਦੇ ਨਾਲ ਬੁੱਕਲ 'ਚ ਲੈ ਲਿਆ, ਮੱਥਾ ਚੁੰਮਿਆ, ਪਿਆਰ ਕੀਤਾ ਹੈ। ਹਰਗੋਬਿੰਦ ਬੰਧਨ ਆ ਲਾਈ। ਇਸ ਤਰ੍ਹਾਂ ਆਪਣੀ ਗੋਦੀ 'ਚ ਬਿਠਾ ਲਿਆ। ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਨੇ ਬੰਦਨਾ ਕਰੀ, ਨਮਸਕਾਰ ਕੀਤੀ। ਦਈ ਅਸੀਸ ਸਭਨ ਸੁਖ ਪਾਈ। ਅਸੀਸ ਦਿੱਤੀ ਹੈ ਮਾਤਾ ਜੀਆਂ ਨੇ ਹਰਗੋਬਿੰਦ ਜੀਆਂ ਨੂੰ, ਸੁੱਖਾਂ ਭਰੀ। ਬਾਬਾ ਮੋਹਰੀ ਜੀਆਂ ਦੇ ਘਰੋਂ ਸਨ ਜਿਹੜੇ। ਇਹ ਵਿਦ ਮੰਗਲ ਹੋਤ ਅਪਾਰਾ। ਇਸ ਤਰ੍ਹਾਂ ਬੜੇ ਖੁਸ਼ੀਆਂ ਦੇ ਮੰਗਲ ਹੋ ਰਹੇ ਨੇ, ਮੇਲ ਮਿਲਾਪ ਹੋ ਰਿਹਾ ਹੈ। ਕੌਣ ਕਵੀ ਸਭ ਕਹਿ ਵਿਸਥਾਰਾ। ਕੌਣ ਹੈ ਕਵੀ ਜਿਹੜਾ ਇਸ ਸਮੇਂ ਨੂੰ ਵਿਸਥਾਰ ਕਰ ਸਕੇ। ਭੋਖਤ ਸਜਬ ਦੋਏ ਸੋ ਰਹੇ। ਇਸ ਤਰ੍ਹਾਂ ਜਦੋਂ ਪੋਹ ਦੇ ਅਜੇ 2 ਦਿਨ ਰਹਿੰਦੇ ਸਨ, ਮੌਕਾ ਮੇਲ ਸਸੁਰ ਗੁਰ ਆਏ। ਇੱਧਰੋਂ ਫਿਰ ਮੌ ਨਗਰ ਤੋਂ ਸਤਿਗੁਰੂ ਮਹਾਰਾਜ ਦੇ ਸਹੁਰੇ ਪਰਿਵਾਰ ਆਇਆ ਹੈ। ਕ੍ਰਿਸ਼ਨ ਚੰਦ ਤਿਨ ਨਾਮ ਸੁਧਾਰਾ। ਸਤਿਗੁਰੂ ਮਹਾਰਾਜ ਦੇ ਸਹੁਰਾ ਜੀ ਸਨ ਜਿਹੜੇ ਸਤਿਕਾਰਯੋਗ ਮਾਤਾ ਗੰਗਾ ਜੀਆਂ ਦੇ ਪਿਤਾ ਜੀ ਕ੍ਰਿਸ਼ਨ ਚੰਦ ਜੀ। ਧਨਵੰਤੀ ਨਾਮ ਤਾਹੇ ਕੀ ਦਾਰਾ। ਤੇ ਉਹਨਾਂ ਦੇ ਘਰੋਂ ਭਾਵ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਨਾਨੀ ਜੀ ਲੱਗੇ। ਧਨਵੰਤੀ ਨਾਲ ਹੈ। ਸਭ ਕੁਟੰਬ ਕੋ ਸਾਥ ਲਵਾਏ। ਨਾਲ ਹੋਰ ਵੀ ਸਾਰਾ ਪਰਿਵਾਰ ਆਇਆ, ਸੰਬੰਧੀ ਆਏ ਨੇ। ਹਰਖਤ ਸਦਾ ਸਰੋਵਰ ਆਏ। ਬੜੇ ਖੁਸ਼ੀਆਂ
ਖੁਸ਼ੀਆਂ ਤੇ ਚਾਅ ਦੇ ਨਾਲ ਅੰਮ੍ਰਿਤਸਰ ਸਰੋਵਰ ਤੇ ਆਏ, ਕਿਉਂਕਿ ਦੋਹਤੇ ਦੇ ਵਿਆਹ ਦੀ ਸ਼ੱਕ ਲਾਉਣ ਆਏ ਸੀ। ਦੋਹਰਾ ਸ੍ਰੀ ਗੁਰੂ ਅਰਜਨ ਦੇਵ ਜੀ ਆਇਓ ਸਸੁਰ ਸੁਣਾਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਜਦੋਂ ਪਤਾ ਲੱਗਿਆ ਕਿ ਸੱਸ ਸਹੁਰਾ ਸਾਡੇ ਸਹੁਰੇ ਪਰਿਵਾਰ ਆਇਆ ਹੈ, ਆਗੇ ਹੋਏ ਬੰਧਨ ਕਰੀ ਜਗਤ ਰੀਤ ਸੁਖ ਪਾਏ। ਸੁੱਖਾਂ ਦੇ ਦਾਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜੋ ਜਗਤ ਦੀ ਰਿਵਾਜ ਰੀਤ ਆ ਉਹਨੂੰ ਪੂਰੀ ਕਰਦੇ ਹੋਏ ਕ੍ਰਿਸ਼ਨ ਚੰਦ ਜੀਆਂ ਨੂੰ ਤੇ ਧਨਵੰਤੀ ਜੀਆਂ ਨੂੰ ਆਪਣੇ ਸਹੁਰੇ ਮਾਤਾ ਪਿਤਾ ਸਮਾਨ ਜਾਣ ਕੇ ਨਮਸਕਾਰ ਕੀਤੀ। ਹਰ ਗੋਬਿੰਦ ਪੁਨ ਬੰਦਨਾ ਕੀਨੀ ਚਰਨ ਮਝਾਰ। ਹਰ ਗੋਬਿੰਦ ਸਾਹਿਬ ਮਹਾਰਾਜ ਜੀਆਂ ਨੇ ਵੀ ਚਰਨਾਂ 'ਚ ਨਮਸਕਾਰ ਕੀਤੀ ਹੈ। ਅਬ ਅਸੀਸ ਦੋਹਨ ਦਈ ਚਿਰ ਜੀਵੋ ਸੁਖ ਨਾਰ। ਦੋਹਾਂ ਨੇ ਅਸੀਸ ਦਿੱਤੀ ਹਰ ਗੋਬਿੰਦ ਸਾਹਿਬ ਮਹਾਰਾਜ ਜੀਆਂ ਨੂੰ ਕਿ ਸਦੀਵ ਕਾਲ ਸੁੱਖਾਂ ਦੇ ਨਾਲ ਭਾਵ ਕਿ ਸੁਖ ਮਾਣੋ, ਲੰਮੀਆਂ ਉਮਰਾਂ ਹੋਣ, ਇਉਂ ਬੜੀ ਅਸੀਸ ਦਿੰਦੇ ਹਨ। ਚੌਪਈ ਕ੍ਰਿਸ਼ਨ ਚੰਦਰਿਓ ਗੁਰ ਨਿਕਟਾਰੀ। ਇਉਂ ਕ੍ਰਿਸ਼ਨ ਚੰਦ ਜੀ ਸਨ ਜਿਹੜੇ ਉਹ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਕੋਲ ਹੀ ਰਹੇ, ਸਹੁਰਾ ਸਾਹਿਬ ਸੀ। ਧਨਵੰਤੀ ਤਵ ਗ੍ਰਹਿ ਸਿਧਾਰੀ। ਜਿਹੜੇ ਧਨਵੰਤੀ ਜੀ ਸਨ ਉਹ ਸਤਿਗੁਰੂ ਮਹਾਰਾਜ ਜੀਆਂ ਦੇ ਸੱਸ ਲੱਗਦੇ ਸੀ। ਉਹ ਕਿੱਥੇ ਗਏ? ਮਹਿਲਾਂ 'ਚ ਚਲੇ ਗਏ। ਆਵਤ ਮਾਤ ਗੰਗ ਸੁਨ ਪਾਈ। ਮਾਤਾ ਗੰਗਾ ਜੀ ਨੇ ਜਦੋਂ ਸੁਣਿਆ ਕਿ ਮਾਤਾ ਆ ਰਹੀ ਹੈ, ਮੇਰੀ ਮਾਂ ਆ ਰਹੀ ਹੈ, ਹੋਏ ਤਬ ਦਈ ਵਧਾਈ। ਅੱਗੇ ਹੋ ਕਰਕੇ ਵਧਾਈ ਦਿੱਤੀ ਹੈ, ਬੜੇ ਖੁਸ਼ੀਆਂ ਚਾਅ ਨਾਲ ਮਿਲੇ। ਉਹ ਵੀ ਹੁੰਦਾ ਹੈ ਆਪਣੇ ਸਮਾਜ ਦੇ ਵਿੱਚ ਤਾਂ ਜਦੋਂ ਨਾਨਕੇ ਆਉਂਦੇ ਨੇ ਉਹਨਾਂ ਨੂੰ ਬਾਹਲੇ ਚਾਅ ਦੇ ਨਾਲ ਫਿਰ ਸੱਕ ਲਾਉਣ ਆਉਂਦੇ ਹੁੰਦੇ ਨੇ, ਬੜੇ ਚਾਅ ਦੇ ਨਾਲ ਅੱਗੋਂ ਆ ਕੇ ਉਹਨਾਂ ਨੂੰ ਮਿਲਿਆ ਜਾਂਦਾ ਹੈ, ਬਹੁਤ ਹੀ ਲਾਡ ਪਿਆਰ ਕੀਤਾ ਜਾਂਦਾ ਹੈ। ਨਾਨਕੇ ਵੀ ਧੰਨਵਾਦ ਦੇ ਨੇ। ਇਉਂ ਮਾਤਾ ਜੀ ਮਿਲੇ ਹਨ। ਪਰਸਪਰ ਮਿਲੀ ਸੋ ਆਨੰਦ ਪਾਏ। ਪਰਸਪਰ ਮਿਲ ਕੇ ਆਪਸ ਵਿੱਚ ਹੀ ਬੜਾ ਆਨੰਦ ਪਾਇਆ ਹੈ। ਕੌਣ ਕਵੀ ਜੋ ਉਪਮਾ ਗਾਏ। ਕੌਣ ਆ ਜਿਹੜਾ ਉਪਮਾ ਕਰੇ ਇਸ ਸਮੇਂ ਖੁਸ਼ੀਆਂ ਭਰੇ ਸਮੇਂ ਦੀ। ਤਿਨ ਨੂਤਨ ਬਹੁ ਮੰਗਲ ਹੋਈ। ਬਾਲਾ ਜਿਆਦੇ ਨਵਾਂ ਨਵਾਂ ਸੋਹਣਾ ਸੋਹਣਾ ਮੰਗਲ ਹੋ ਰਿਹਾ, ਖੁਸ਼ੀਆਂ ਹੋ ਰਹੀਆਂ ਹਨ। ਭਏ ਰੰਕ ਭੂਪਤ ਧਨ ਸੋਈ। ਇਉਂ ਮਾਨੋ ਉਸ ਸਮੇਂ ਧਨ ਵਰਖਾਇਆ ਜਾ ਰਿਹਾ ਹੈ। ਜਿਹੜੇ ਗਰੀਬ ਰੰਕ ਨੇ ਉਹ ਜਦੋਂ ਵਧਾਈਆਂ ਦਿੰਦੇ ਨੇ ਮਾਇਆ ਲੈ ਲੈ ਕੇ ਅਮੀਰ ਹੋ ਜਾ ਰਹੇ ਨੇ। ਸ਼ੀਰਸ 36 ਪ੍ਰਕਾਰ ਕੋ ਭੋਜਨ। ਗੁਰੂ ਮਹਾਰਾਜ ਦੇ ਹੁਕਮ ਨਾਲ 36 ਪ੍ਰਕਾਰ ਦੇ ਸੋਹਣੇ ਸੁੰਦਰ ਲੰਗਰ ਭੋਜਨ ਤਿਆਰ ਕੀਤੇ ਗਏ ਹੋਏ ਸੀ। ਸੋਈ ਦੇ ਜੈਸਾ ਕਹਿ ਜੋ ਜਨ। ਜਿਸ ਤਰ੍ਹਾਂ ਦਾ ਕੋਈ ਭੋਜਨ ਛਕਣਾ ਚਾਹੁੰਦਾ ਉਸੇ ਤਰ੍ਹਾਂ ਦਾ ਹੀ ਵਰਤਾਇਆ ਜਾ ਰਿਹਾ ਹੈ। 6 ਰਸ ਹੁੰਦੇ ਨੇ, ਖੱਟਾ, ਮਿੱਠਾ, ਕੌੜਾ, ਕਸੈਲਾ, ਤੁਰਸਾ ਤੇ ਸਲੂਣਾ। ਇਹਨੂੰ 6 ਪ੍ਰਕਾਰ ਦੇ ਲਹਿਜ ਭੋਜਨ ਕਿਹਾ ਜਾਂਦਾ ਹੈ। ਸਾਰੇ ਪ੍ਰਕਾਰ ਦੇ ਬਣੇ ਹੋਏ ਸੀ। ਗੁਰੂ ਨਾਨਕ ਦਾ ਘਰ ਸੀ, ਕਿਹੜਾ ਘਾਟਾ ਸੀ। ਸਿੱਖ ਬਣਾਉਣ ਵਾਲੇ ਸਨ। ਹਰ ਇੱਕ ਨੂੰ ਜੋ ਮਨ ਪਾਉਂਦਾ ਹੈ ਉਹ ਛਕਾਇਆ ਜਾ ਰਿਹਾ ਹੈ। ਚੜਿਓ ਮਾਘ ਸੁੰਦਰ ਰੁੱਤ ਛਾਈ। ਇਉਂ ਬੜੀ ਸੋਹਣੀ ਸੁੰਦਰ ਰੁੱਤ ਹੈ। ਮਾਘ ਦਾ ਮਹੀਨਾ ਆਰੰਭ ਹੋਇਆ। ਆਸਤਬਾਜੀ ਸਭ ਭਾਂਤ ਮੰਗਾਈ। ਸਾਰੇ ਤਰੀਕਿਆਂ ਦੀ ਆਸਤਬਾਜੀ ਮੰਗਾਈ ਗਈ ਹੈ। ਪ੍ਰਥਮ ਚਲਾਏ ਦੇਖ ਸਭ ਲੇਹੀ। ਬੜੀਆਂ ਪਹਿਲਾਂ ਚਲਾ ਕੇ ਦੇਖ ਲੀਆਂ ਵੀ ਚੱਲਦੀਆਂ ਵੀ ਨੇ, ਕਿਤੇ ਖਰਾਬ ਨਾ ਹੋਣ। ਦੇਖ ਬਲੀ ਅੰਦਰ ਰਖ ਲੇਹੀ। ਜਿਹੜੀਆਂ ਸੋਹਣੀਆਂ ਸੀ ਉਹ ਲੈ ਕਰਕੇ ਖਰੀਦ ਕੇ ਰੱਖ ਲੀਆਂ ਹਨ। ਬੜੀਆਂ ਸੋਹਣੀਆਂ ਸੋਹਣੀਆਂ ਕਵੀ ਜੀਆਂ ਨੇ ਇੱਕ ਨਕਸ਼ਾ ਖਿੱਚਿਆ ਖੁਸ਼ੀਆਂ ਦਾ। ਪਰ ਗੁਰੂ ਘਰ ਦੇ ਵਿੱਚ ਇਸ ਤਰ੍ਹਾਂ ਆਸਤਬਾਜ਼ੀਆਂ ਚਲਾਉਣੀਆਂ ਜਾਂ ਬਾਹਲੇ ਜ਼ਿਆਦੇ ਇਸ ਤਰ੍ਹਾਂ ਦੇ ਖੁਸ਼ੀਆਂ ਦੇ ਮੰਗਲ ਸਾਜੇ ਬਾਜੇ ਕਰਨੇ, ਕਿਉਂਕਿ ਮਹਾਰਾਜ ਹਮੇਸ਼ਾ ਹੀ ਸਾਦੇ ਕਾਰੋ ਵਿਹਾਰ ਆਪ ਕੀਤੇ ਤੇ ਸਾਨੂੰ ਵੀ ਸਾਦੇ ਕਾਰੋ ਵਿਹਾਰ ਕਰਨੇ ਸਿਖਾਏ ਨੇ। ਸੋ ਪਰ ਇਹ ਕਵੀ ਜੀਆਂ ਨੇ ਉਸ ਸਮੇਂ ਦਾ ਇਹਨੂੰ ਕਹਿੰਦੇ ਨੇ ਸੁੰਦਰ ਸ਼ਿੰਗਾਰ ਰਸ, ਆਨੰਦ ਰਸ ਇਹ ਬੰਨਿਆ ਹੋਇਆ ਹੈ। ਸਰਗਸ ਆਇਓ ਜਨ ਰਵ ਛਬ ਛਾਏ। ਇਹੋ ਮਾਨੋ ਬਹੁਤ ਜ਼ਿਆਦੇ ਸੁੰਦਰ ਇੱਕ ਛਤਰ ਲਿਆਂਦਾ ਹੈ ਜਿਹੜਾ ਲਾੜੇ ਦੇ ਉੱਤੇ ਫਿਰ ਜਦੋਂ ਲਾੜਾ ਤਿਆਰ ਹੋ ਜਾਂਦਾ ਲੈ ਕੇ ਜਾਂਦੇ ਨੇ, ਉਹ ਬਹੁਤ ਸੋਹਣਾ ਛਤਰ ਆਇਆ ਹੈ ਬਣ ਕੇ। ਸਵਰਨ ਰਚਤਨ ਅਗਮਾਨ ਕਲਾਏ। ਸਤਿਗੁਰੂ ਮਹਾਰਾਜ ਦੇ ਤਾਂ ਉਹ ਛਤਰ ਝੂਲਦਾ ਸੀ ਸ਼ੀਸ਼ ਦੇ ਉੱਤੇ। ਬੜੇ ਸੋਹਣੇ ਮਾਣਕ ਮੋਤੀ ਲੱਗੇ ਹੋਏ ਨੇ ਸੁੰਦਰ ਛਤਰ ਨੂੰ। ਦੋਹਰਾ ਸਭ ਸਮਾਨ ਇਕੱਠਾ ਕਰੇ ਜਗਤ ਰੀਤ ਕਰਵਾਏ। ਸਾਰਾ ਸਮਾਨ ਇਕੱਠਾ ਕੀਤਾ ਹੈ, ਜਗਤ ਦੀ ਰੀਤੀ ਕੀਤੀ ਹੈ। ਤਿਆਰੀ ਸਭ ਸ੍ਰੀ ਗੁਰੂ ਕਰੀ ਸੁੰਦਰ ਜੰਝ ਬਣਾਏ। ਸਾਰੀਆਂ ਤਿਆਰੀਆਂ ਕਰ ਲੀਆਂ ਸੋਹਣੀ ਜੰਝ ਸਜਾਉਣ ਵਾਸਤੇ। ਪ੍ਰਥਮ ਦਰਬਾਰ ਬੰਧਨ ਕਰੀ ਬੋਹਰੋ ਪਿਆਨ ਕਰਾਏ। ਸਤਿਗੁਰੂ ਮਹਾਰਾਜ ਸਭ ਤੋਂ ਪਹਿਲਾਂ ਕਿੱਥੇ ਗਏ ਨੇ? ਨਮਸਕਾਰ ਕੀਤੀ ਹੈ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਜੀ।
ਫਿਰ ਚੱਲਣ ਦੀਆਂ ਤਿਆਰੀਆਂ ਕਰਨ ਲੱਗੇ। ਜੰਜ ਬੀਚ ਮੁਖ ਜੋ ਚਲੈ ਕਵ ਤਿਨ ਨਾਮ ਸੁਣਾਏ। ਕਵੀ ਜੀ ਕਹਿੰਦੇ ਹੁਣ ਜੰਝ ਦੇ ਵਿੱਚ ਕਿਹੜੇ ਕਿਹੜੇ ਜਾ ਰਹੇ ਨੇ ਮੁਖੀ, ਉਹਨਾਂ ਦੇ ਵੀ ਤੁਹਾਨੂੰ ਨਾਮ ਦੱਸਾਂਗੇ। ਚੌਪਈ ਮਾਘ 5 ਦਿਨ ਗਏ ਪਿਆਨਾ। ਕਿਉਂ ਮਾਘ ਦੇ 5 ਦਿਨ ਲੰਘ ਗਏ ਸੀ। ਇੱਥੇ ਇਹ ਵੀ ਧਿਆਨ ਰੱਖਣ ਯੋਗ ਗੱਲ ਹੈ ਸਾਧ ਸੰਗਤ ਜੀ, ਕਿਉਂਕਿ ਬਾਕੀ ਇਤਿਹਾਸਕਾਰ ਭਾਦਰੋਂ ਦਾ, ਜਿਵੇਂ ਕਾਹਨ ਸਿੰਘ ਨਾਭੇ ਨੇ 12 ਭਾਦਰੋਂ ਦਾ ਲਿਖਿਆ ਹੈ, ਗਿਆਨੀ ਗਿਆਨ ਸਿੰਘ ਜੀ 21 ਭਾਦਰੋਂ ਦਾ ਮਹਾਰਾਜ ਦਾ ਵਿਆਹ ਲਿਖਦੇ ਨੇ, ਪਰ ਡੱਲੇ ਨਗਰ ਵਿਖੇ 22 ਭਾਦੋਂ ਦਾ ਮਹਾਰਾਜ ਦਾ ਇਹ ਵਿਆਹ ਦਾ ਦਿਨ ਮਨਾਇਆ ਜਾਂਦਾ ਹੈ, 22 ਭਾਦੋਂ ਦਾ। ਇਹ ਰਹੋ ਵਿਚਾਰਾਂ ਇਤਿਹਾਸਕ ਵਿਚਾਰਾਂ ਨੇ, ਖੋਜਣ ਦੇ ਲਾਇਕ ਨੇ, ਪਰ ਕਿਉਂਕਿ ਭਾਦਰੋਂ ਦਾ ਮਹੀਨਾ ਜੇ ਆਪਾਂ ਤੱਕਦੇ ਹਾਂ, 1 ਭਾਦਰੋਂ ਨੂੰ ਤਾਂ ਸਤਿਗੁਰੂ ਮਹਾਰਾਜ ਨੇ ਭਾਦਰੋਂ ਸੁਦੀ ਏਕਮ ਨੂੰ ਤਾਂ ਸਤਿਗੁਰੂ ਪਾਤਸ਼ਾਹ ਜੀ ਦਾ ਪ੍ਰਕਾਸ਼ ਹੀ ਕੀਤਾ ਸੀ, ਬਾਣੀ ਦੀ ਰਚਨਾ ਹੋਈ ਸੀ, ਕਿਉਂਕਿ 1661 ਹੀ ਲਿਖਿਆ ਜਾਂਦਾ ਹੈ ਇਤਿਹਾਸਾਂ 'ਚ। ਸੋ ਇਹ ਗੱਲਾਂ ਕਾਫੀ ਵਿਚਾਰਨਯੋਗ ਨੇ, ਪਰ ਉਹ ਵਿਚਾਰ ਕਵੀ ਜੀ ਨੇ ਮਾਘ ਦਾ ਮਹੀਨਾ ਦਿੱਤਾ ਅਤੇ ਇਹ ਗੁਰੂ ਬਿਲਾਸ 6ਵੀਂ ਪਾਤਸ਼ਾਹੀ ਇਹ ਵੀ ਮਾਘ ਦਾ ਮਹੀਨਾ ਲਿਖਦੇ ਨੇ। ਚੂੜਾਮਨ ਕਵੀ ਭਾਈ ਸੰਤੋਖ ਸਿੰਘ ਜੀ ਉਹ ਮਾਘ ਦੀ 10ਵੀਂ ਲਿਖਦੇ ਨੇ। ਸੋ ਇੱਥੇ ਕਵੀ ਜੀ ਨੇ ਮਾਘ ਲਿਖਿਆ ਕਿ 5 ਦਿਨ ਲੰਘਿਆ ਸੀ। ਰਵ ਦਿਨ ਸੁਭ ਨਖੇਤਰ ਗੁਰਠਾਨਾ। ਬੜਾ ਸੋਹਣਾ ਦਿਨ ਆ ਗਿਆ, ਐਤਵਾਰ ਦਾ ਦਿਹਾੜਾ ਹੈ। ਅਰਧ ਜਾਮ ਦਿਨ ਜਬੈ ਰਹਾਇਓ। ਜਦੋਂ ਥੋੜਾ ਦਿਨ ਰਹਿ ਗਿਆ ਸਭ ਜਨੇਤ ਗੁਰ ਪਿਆਨ ਕਰਾਇਓ। ਸਤਿਗੁਰੂ ਮਹਾਰਾਜ ਨੇ ਫਿਰ ਸਾਰੀ ਜਨੇਤ ਭਾਵ ਕੇ ਜੰਝ ਚੜ੍ਹ ਕੇ ਚੱਲੀ ਹੈ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਪਾਲਕੀ ਮੈਂ ਬੈਠੇ ਗੁਰ ਹਰਖਤ। ਇਉਂ ਬੜੇ ਖੁਸ਼ੀਆਂ ਦੇ ਨਾਲ ਪਾਲਕੀ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਆਪ ਸੁਸ਼ੋਭਿਤ ਹੋਏ ਪਾਲਕੀ ਸਾਹਿਬ ਵਿੱਚ। ਮੇਘ ਸਮਾਨ ਬਿਤ ਬਹੁ ਬਰਖਤ। ਮੇਘ ਦੇ ਸਮਾਨ ਬੜਾ ਧਨ ਵਰਖਾਇਆ ਜਾ ਰਿਹਾ ਗੁਰਸਿੱਖਾਂ ਵੱਲੋਂ। ਹੈ ਉੱਪਰ ਹਰਗੋਬਿੰਦ ਰਾਜਤ। ਹਰਗੋਬਿੰਦ ਸਾਹਿਬ ਮਹਾਰਾਜ ਘੋੜੇ ਤੇ ਸਵਾਰ ਹੋਏ ਨੇ। ਦਿਖ ਮੋਹੈ ਅਬਲਾ ਰਤ ਲਾਜਤ। ਇਉਂ ਮਾਨੋ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਸ਼ੋਭਾ ਜਿਹੜੀ ਉਹਨੂੰ ਕਾਮਦੇਵ ਦੀ ਪਤਨੀ ਰਤੀ ਦੇਖ ਕੇ ਸ਼ਰਮਿੰਦਗੀ ਕਰ ਰਹੀ ਹੈ, ਇੰਨੇ ਸੁੰਦਰ ਨੇ ਮਹਾਰਾਜ। ਕਬ ਕੇ ਭਾਵ ਐਸ ਮਨ ਆਇਓ। ਇਉਂ ਮਾਨੋ ਇਸ ਤਰ੍ਹਾਂ ਮਹਾਰਾਜ ਦਾ ਜਿਹੜੀ ਸੁੰਦਰਤਾ ਹੈ, ਕਵੀ ਜੀ ਕਹਿੰਦੇ ਨੇ ਮੇਰੇ ਮਨ ਦੇ ਵਿੱਚ ਇਹ ਗੱਲ ਆਈ ਹੈ। ਖਟ ਮੁਖ ਬਾਹਣ ਸਮ ਸੋ ਨਚਾਇਓ। ਇਉਂ ਮਾਨੋ ਹਰਗੋਬਿੰਦ ਸਾਹਿਬ ਮਹਾਰਾਜ ਜਿਸ ਘੋੜੇ ਦੇ ਉੱਤੇ ਸਵਾਰ ਸਨ, ਕੰਡਿਆਲਾ ਪਾਇਆ ਹੋਇਆ ਸੀ, ਮਹਾਰਾਜ ਉੱਤੇ ਸਵਾਰ ਸੀ, ਇੰਨਾ ਸੋਹਣਾ ਮਹਾਰਾਜ ਘੋੜੇ ਨੂੰ ਨਚਾਉਂਦੇ ਜਾ ਰਹੇ ਸੀ। ਖਟ ਮੁਖ ਹੁੰਦਾ ਹੈ 6 ਮੁਖਾ ਵਾਹਨ, ਜਿਹਨੂੰ ਮੋਰ ਕਿਹਾ ਜਾਂਦਾ। ਅਸਮੇਂ ਕਾਰਤਿਕੇ ਹੋਇਆ ਸ਼ਿਵ ਜੀ ਦਾ ਪੁੱਤਰ। ਇਹ ਇੱਕ ਅੰਗ ਲਾਇਆ। ਆਪਾਂ ਕਹਿੰਦੇ ਹਾਂ ਵੀ ਐਉਂ ਜਾਂਦਾ ਘੋੜਾ ਜਿਵੇਂ ਮੋਰ ਪਹਿਲਾਂ ਪਾਉਂਦੇ ਜਾਂਦੇ ਨੇ, ਇਹਦਾ ਇਹ ਭਾਵ ਹੈ ਵੀ ਮਹਾਰਾਜ ਦਾ ਘੋੜਾ ਮੋਰਾਂ ਵਾਂਗੂ ਪਹਿਲਾਂ ਪਾਉਂਦਾ ਜਾ ਰਿਹਾ ਹੈ। ਸਿਆਮ ਮੇਘ ਸਮ ਸੁੰਦਰ ਰੂਪਾ। ਮਹਾਰਾਜ ਦਾ ਬਹੁਤ ਸੁੰਦਰ ਸਰੂਪ ਹੈ। ਸ਼ਿਆਮ ਮੇਘ ਜਿਵੇਂ ਬਹੁਤ ਸ਼ਾਮ ਦੀ ਘਟਾ ਚੜੀ ਹੋਵੇ ਬੱਦਲ ਵਰਗਾ। ਮੋਰੇ ਪ੍ਰਭੂ ਜਗਤ ਗੁਰ ਭੂਪਾ। ਇਉਂ ਜਗਤ ਦੇ ਸਤਿਗੁਰੂ ਸਰੂਪ ਰਾਜੇ ਰੂਪ ਸਾਰਿਆਂ ਦੇ ਮਨਾਂ ਨੂੰ ਮੋਹਦੇ ਜਾ ਰਹੇ ਨੇ। ਬਸਨ ਵਿਵਾਹ ਗੁਰ ਪੀਤ ਬਣਾਏ। ਸਤਿਗੁਰੂ ਮਹਾਰਾਜ ਦੇ ਉਸ ਸਮੇਂ ਜਿਹੜੇ ਵਸਤਰ ਪਹਿਨੇ ਹੋਏ ਸੀ ਪੀਲੇ ਰੰਗ ਦੇ, ਬਹੁਤ ਸੋਹਣੇ ਵਸਤਰ ਜ਼ਿਆਦੇ ਜੰਝ ਨੇ, ਪੀਤ ਬਸਨ ਧਾਰੇ ਹੋਏ ਸੀ। ਮਨੋ ਛਟਾਗਨ ਮਾਹੇ ਸੁਹਾਏ। ਇਉਂ ਮਾਨੋ ਜਿਵੇਂ ਬਿਜਲੀ ਬਦਲਾਂ ਦੇ ਵਿੱਚ ਚਮਕਦੀ ਆ ਪੀਲੇ ਰੰਗ ਦੀ ਹੋ ਕੇ। ਪਵਨ ਬੇਗ ਜਬ ਬਸਤਰ ਹਲਾਵੈ। ਜਦੋਂ ਹਰਗੋਬਿੰਦ ਸਾਹਿਬ ਮਹਾਰਾਜ ਤੀਜ ਘੋੜੇ ਨੂੰ ਦੜਾਉਂਦੇ ਨੇ, ਬਸਤਰ ਹਿਲਦੇ ਹਨ। ਵਿਸ਼ਨ ਗਰੜ ਸਮ ਵੇਗ ਸੁਪਾਵੈ। ਇਉਂ ਮਾਨੋ ਇਉਂ ਗਰੜ ਗਰੜ ਦੀ ਆਵਾਜ਼ ਆਉਂਦੀ ਹੈ, ਜਿਵੇਂ ਵਿਸ਼ਨੂੰ ਦਾ ਗਰੜ ਪਸਵਾਰੀ ਹੈ ਨਾ ਵਿਸ਼ਨੂੰ ਦੀ ਗਰੜ ਤੇ, ਜਿਵੇਂ ਉਹ ਗੂੰਜਦਾ ਹੈ, ਇਉਂ ਮਹਾਰਾਜ ਦੇ ਵਸਤਰ ਗੂੰਜਦੇ ਨੇ। ਦੋਹਰਾ ਮਹਾਦੇਵ ਅਰ ਕ੍ਰਿਸ਼ਨ ਚੰਦ ਮੋਰੀ ਸੁਤ ਸਮ ਬੇ ਸਾਥ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਤਾਇਆ ਜੀ ਮਹਾਦੇਵ ਜੀ, ਗੁਰੂ ਅਰਜਨ ਦੇਵ ਮਹਾਰਾਜ ਦੇ ਵੱਡਾ ਭਰਾ, ਤੇ ਇਸੇ ਤਰ੍ਹਾਂ ਕ੍ਰਿਸ਼ਨ ਚੰਦ ਜੀ ਮਹਾਰਾਜ ਦੇ ਨਾਨਾ ਜੀ, ਮੋਰੀ ਜੀ ਗੁਰੂ ਅਮਰਦਾਸ ਮਹਾਰਾਜ ਦੇ ਸਾਹਿਬਜ਼ਾਦੇ, ਜਿਹੜੇ ਉਹ ਮੰਨੋ ਕਿ ਗੁਰੂ ਅਰਜਨ ਦੇਵ ਮਹਾਰਾਜ ਦੇ ਮਾਮਾ ਜੀ ਲੱਗਦੇ ਸੀ, ਇਹਨਾਂ ਦੇ ਨਾਨਾ ਜੀ ਲੱਗੇ।
ਸੋ ਇਸ ਤਰ੍ਹਾਂ ਸਾਰੇ ਹੀ ਨਾਲ ਚੱਲੇ ਹਨ। ਨਿਜ ਨਿਜ ਹੈ ਰਾਜਤ ਭੇ ਦੇਵਤ ਦਾਨ ਅਨਾਥ। ਆਪੋ ਆਪਣੇ ਘੋੜਿਆਂ ਤੇ ਆਪੋ ਆਪਣੇ ਬਾਹਾਂ ਤੇ ਚੜੇ ਨੇ, ਨਾਲੇ ਨਾਲ ਨਾਲ ਮਾਇਆ ਸੁੱਟਦੇ ਜਾ ਰਹੇ ਨੇ। ਗੁਰਦਾਸ ਬੁੱਢਾ ਸਿੰਦਨ ਚੜੇ ਸਭ ਸੋਭਾ ਭਰਪੂਰ। ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਸਿੰਦਨ ਰਥ ਦੇ ਵਿੱਚ ਸਵਾਰ ਹੋਏ ਨੇ, ਬੜੇ ਭਰਪੂਰ ਨੇ ਅੱਜ ਸੋਭਾ ਦੇ ਵਿੱਚ। ਦਾਤੂ ਜੀ ਰਥ ਔਰ ਚੜ ਚੱਲੇ ਬਜਾਵਤ ਤੂਰ। ਦਾਤੂ ਜੀ ਕਹੂਰ ਰਥ ਦੇ ਉੱਤੇ ਸਵਾਰ ਹੋ ਕੇ ਚੱਲਦੇ ਨੇ, ਨਾਲ ਬਾਜੇ ਵੱਜਦੇ ਜਾ ਰਹੇ ਨੇ। ਚੌਪਈ ਪੁਰਬਾ ਹਰ ਭਈ ਇਕ ਠਾਂ ਬਰਾਤਾ। ਇਹ ਸਾਰੀ ਬਰਾਤ ਤਿਆਰ ਬਰ ਤਿਆਰ ਹੋ ਕੇ ਨਮਸਕਾਰਾਂ ਕਰਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਨੂੰ, ਗੁਰੂ ਅਰਜਨ ਦੇਵ ਮਹਾਰਾਜ ਜੀ ਨਾਲ ਲੈ ਕੇ ਲਾੜੇ ਦੇ ਰੂਪ ਵਿੱਚ ਦਰਬਾਰ ਸਾਹਿਬ ਮੱਥਾ ਟੇਕਿਆ, ਬਾਹਰ ਆਏ। ਸਾਰੀ ਬਾਹਰ ਆ ਕੇ ਬਰਾਤ ਤਿਆਰ ਹੋ ਗਈ, ਕਿਉਂਕਿ ਇਹੀ ਹੁੰਦਾ ਫਿਰ ਬਾਹਰੋਂ ਫਿਰ ਸਾਰਿਆਂ ਨੂੰ ਵਿਦਾ ਕੀਤਾ ਜਾਂਦਾ। ਬਰਾਤ ਨੂੰ ਸੁਆਣੀਆਂ ਤੋਰਦੀਆਂ ਨੇ, ਮਾਤਾ ਗੰਗਾ ਜੀਆਂ ਵੱਲੋਂ ਇਹ ਵਿਦਾ ਕੀਤੀ ਜਾ ਰਹੀ ਹੈ ਬਰਾਤ। ਅਦਿਕ ਬਰਾਤ ਰੂਪ ਬਖਿਆਤਾ। ਕਵੀ ਜੀ ਕਹਿੰਦੇ ਬਾਹਲਾ ਜ਼ਿਆਦਾ ਸੁੰਦਰ ਸਰੂਪ ਹੈ ਸਾਰੀ ਬਰਾਤ ਦੇ ਉੱਤੇ। ਮੇਘ ਸਮਾਨ ਧਨੈ ਵਰਖਾਏ। ਇਉਂ ਮਾਨੋ ਜਿਵੇਂ ਮੇਘ ਵਰਸਦਾ ਹੋਵੇ, ਇਉਂ ਮਾਇਆ ਵਰਸੀ ਆ ਉੱਥੇ। ਰੰਗ ਭੂਪ ਹੈ ਘਰੈ ਸਿਧਾਏ। ਜਿਹੜੇ ਕੰਗਾਲ ਲੋਕ ਸੀ ਉਹ ਰਾਜੇ ਬਣ ਕੇ ਮਾਇਆ ਦੇ ਧਨ ਭਰ ਕੇ ਵਾਪਸ ਮੁੜੇ। ਆਨੰਦ ਮਗਨ ਬਰਾਤ ਸਦਾਵਤ। ਇਉਂ ਬੜੇ ਆਨੰਦ ਤੇ ਮਗਨ ਦੇ ਨਾਲ, ਖੁਸ਼ੀਆਂ ਦੇ ਨਾਲ ਬਰਾਤ ਵਿਦਾ ਹੋ ਰਹੀ ਹੈ। ਸ਼ੈਲ ਸ਼ਬੀਲੇ ਅਸਵ ਨਚਾਵਤ। ਸੈਲ ਸ਼ਬੀਲੇ ਜਿਹੜੇ ਜਵਾਨ ਨੇ ਉਹ ਬੜੇ ਸੁੰਦਰ ਘੋੜਿਆਂ ਨੂੰ ਨਚਾਉਂਦੇ ਜਾ ਰਹੇ ਨੇ ਹਰਗੋਬਿੰਦ ਸਾਹਿਬ ਮਹਾਰਾਜ ਦੇ ਨਾਲ, ਸੂਰਮੇ ਯੋਧੇ। ਸੁਲਤਾਨ ਵਿੰਡ ਤਬ ਡੇਰਾ ਕੀਨਾ। ਇਉਂ ਆਨੰਦ ਭਾਵ ਕਿ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਬਰਾਤ ਕਿੱਥੇ ਪਹੁੰਚੀ ਹੈ, ਪਹਿਲਾ ਡੇਰਾ ਕਿੱਥੇ ਕੀਤਾ, ਸੁਲਤਾਨ ਵਿੰਡ ਆ ਕੇ ਬਰਾਤ ਸ਼ਾਮ ਨੂੰ ਪਹੁੰਚ ਜਾਂਦੀ ਹੈ। ਇਸ ਤਰ੍ਹਾਂ ਪਹੁੰਚੀ ਹੈ। ਸਭ ਬਰਾਤ ਮਨ ਆਨੰਦ ਲੀਨਾ। ਸਾਰੀ ਬਰਾਤ ਬੜੀ ਆਨੰਦ ਹੈ, ਬੜੀ ਖੁਸ਼ੀਆਂ 'ਚ ਹੈ। ਕਿਉਂ ਸੁਲਤਾਨ ਵਿੰਡ ਪਹੁੰਚ ਗਈ। ਹੁਣ ਅੱਗੇ ਕਿੱਥੇ ਕਿੱਥੇ ਜਾਂਦੀ ਹੈ ਕੱਲ੍ਹ ਨੂੰ ਵਿਚਾਰਾਂਗੇ, ਸਮੇਂ ਦੀ ਸਮਾਪਤੀ ਹੈ। ਆਨੰਦ ਮਗਨ ਬਰਾਤ ਸਦਾਵਤ। ਛੈਲ ਛਬੀਲੇ ਅਸਵ ਨਚਾਵਤ। ਸੁਲਤਾਨ ਵਿੰਡ ਤਬ ਡੇਰਾ ਕੀਨਾ। ਸਭ ਬਰਾਤ ਮਨ ਆਨੰਦ ਲੀਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।